ਅਮਰੀਕਾ 'ਚ ਚੋਣ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਅਤੇ ਦੋਵੇਂ ਵੱਡੀਆਂ ਪਾਰਟੀਆਂ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਆਪਣੇ ਵੋਟਰਸ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ 'ਚ ਰੁੱਝਦੀਆਂ ਵਿਖਾਈ ਦੇ ਰਹੀਆਂ ਨੇ। ਹਰ ਵਾਰ ਦੀ ਤਰ੍ਹਾਂ ਕਈ ਸੂਬੇ ਅਜਿਹੇ ਹੋਣਗੇ ਜਿੱਥੋਂ ਦੇ ਨਤੀਜੇ ਰਾਸ਼ਟਰਪਤੀ ਚੋਣਾਂ ਤੇ ਅਹਿਮ ਫਰਕ ਪਾਉਣਗੇ। ਕਿਹੜੇ ਸੂਬੇ ਅਜਿਹੇ ਨੇ, ਇਸ ਬਾਰੇ ਸਾਡੇ ਸਹਿਯੋਗੀ ਕੁਮਾਰ ਸੰਜੀਵ ਨੇ ਵਿਸ਼ੇਸ਼ ਗੱਲਬਾਤ ਕੀਤੀ ਵਿਵੇਕ ਮਲਿਕ ਦੇ ਨਾਲ, ਜੋ ਇਮੀਗ੍ਰੇਸ਼ਨ ਅਟਾਰਨੀ ਹੋਣ ਦੇ ਨਾਲ ਅਮਰੀਕੀ ਸਿਆਸਤ ਦਾ ਵੀ ਵੱਡਾ ਹਿੱਸਾ ਹਨ। ਅਮਰੀਕਾ ਵਿੱਚ ਚੋਣ ਅਖਾੜਾ ਭਖਿਆ ਹੋਇਆ ਹੈ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਜਿਹੜੀਆਂ ਉਹਦੇ ਲਈ ਦੋਨੋਂ ਧਿਰਾਂ, ਜਿਹੜੀ ਰਿਪਬਲਿਕਨ ਹੋਵੇ ਚਾਹੇ ਡੈਮੋਕ੍ਰੇਟ ਹੋਵੇ, ਉਹ ਚੋਣ ਅਖਾੜੇ ਵਿੱਚ ਉਤਰੀਆਂ ਹੋਈਆਂ ਨੇ। ਹਰ ਤਰ੍ਹਾਂ ਨਾਲ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਟਰੰਪ ਸਾਹਿਬ ਵੱਲੋਂ ਵੀ ਵਾਅਦੇ ਕੀਤੇ ਜਾ ਰਹੇ ਆ, ਉੱਧਰੋਂ ਬਾਈਡਨ ਵੱਲੋਂ ਵੀ ਵਾਅਦੇ ਕੀਤੇ ਜਾ ਰਹੇ ਆ। 3 ਨਵੰਬਰ ਨੂੰ ਚੋਣਾਂ ਹੋਣੀਆਂ ਨੇ, ਲੇਕਿਨ ਕਈ ਫੈਕਟਰ ਅਜਿਹੇ ਵੀ ਹੋਣੇ ਨੇ ਜਿਨ੍ਹਾਂ 'ਤੇ ਇਹ ਵੋਟਿੰਗ ਦਾ ਨਿਰਭਰ ਵੀ ਹੋਏਗਾ, ਰਿਜ਼ਲਟ ਕਿੱਦਾਂ ਦੇ ਆਉਂਦੇ ਨੇ। ਸਾਡੇ ਨਾਲ ਇਸ ਵੇਲੇ ਵਿਵੇਕ ਮਲਿਕ ਨੇ, ਜਿਹੜੇ ਕਿ ਵੈਸੇ ਤਾਂ ਇਮੀਗ੍ਰੇਸ਼ਨ ਅਟਰਨੀ ਨੇ, ਲੇਕਿਨ ਇਸ ਤੋਂ ਬਾਅਦ ਉਹ ਰਾਜਨੀਤੀ ਦੇ ਵਿੱਚ ਕਾਫੀ ਉਹ ਮਹਾਰਤ ਵੀ ਰੱਖਦੇ ਨੇ ਔਰ ਹਿੱਸਾ ਵੀ ਲੈਂਦੇ ਨੇ US ਪੋਲੀਟਿਕਸ ਦੇ ਵਿੱਚ। ਵੈਸੇ ਜੇ ਮੈਂ ਕਹਾਂ ਤਾਂ ਰਿਪਬਲਿਕਨ ਪਾਰਟੀ ਨਾਲ ਜੁੜੇ ਹੋਏ ਨੇ, ਲੇਕਿਨ ਜਿਹੜੇ ਅੱਜ ਅਸੀਂ ਇੱਥੇ ਗੱਲਬਾਤ ਕਰਾਂਗੇ ਉਹ ਇਹਨਾਂ ਨਾਲ ਇਹ ਗੱਲਬਾਤ ਕਰਾਂਗੇ ਕਿ ਕਿਹੜੇ ਫੈਕਟਰ ਹੈ, ਕੁਝ ਜਿੱਦਾਂ ਕਿ ਸਟੇਟਸ ਹੈਗੀਆਂ ਵਾ ਜਿਹੜੀਆਂ ਕਿ ਕਨਵਰਟ ਹੋ ਵੀ ਸਕਦੀਆਂ, ਨਹੀਂ ਵੀ ਹੋ ਸਕਦੀਆਂ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਵਿਵੇਕ ਜੀ, ਇਲੈਕਸ਼ਨ ਜਿੱਦਾਂ ਕਿ ਹੁਣ ਤਾਂ ਪੂਰਾ ਸਰਗਰਮ ਆ ਮਾਹੌਲ ਹੈ ਇਸ ਵੇਲੇ ਇਲੈਕਸ਼ਨ ਦਾ। ਸਟੇਟਸ ਦੀ ਜੇ ਗੱਲ ਕਰੀਏ, ਕਿਉਂਕਿ ਨਿਰਭਰ ਜਿਹੜੀ ਆ ਵੋਟਿੰਗ ਦਾ ਰਿਜ਼ਲਟ ਜਿਹੜਾ ਵਾ ਉਹ ਸਟੇਟਸ ਦੇ ਰਿਜ਼ਲਟ ਤੋਂ ਬਾਅਦ ਹੀ ਸਾਹਮਣੇ ਆਉਣਾ ਜੀ। ਤੇ ਜਿੱਦਾਂ ਕਿ ਪਿਛਲੀ ਵਾਰ ਕਈ ਸਟੇਟਾਂ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਡੈਮੋਕ੍ਰੇਟ ਪੱਖੀ ਹੋ ਸਕਦੀਆਂ, ਲੇਕਿਨ ਉਹ ਕਨਵਰਟ ਕਰ ਗਈਆਂ ਰਿਪਬਲਿਕਨ। ਇਸ ਵਾਰ ਵੀ ਕੁਝ ਇਹੋ ਜਿਹੀਆਂ ਫਲਿਪਿੰਗ ਸਟੇਟਸ ਹੈਗੀਆਂ ਜਾਂ ਜਿਹੜੀਆਂ ਕਿ ਬਦਲ ਸਕਦੀਆਂ, ਰਿਪਬਲਿਕਨ ਤੋਂ ਡੈਮੋਕ੍ਰੇਟ ਜਾਂ ਡੈਮੋਕ੍ਰੇਟ ਤੋਂ ਰਿਪਬਲਿਕ। ਜੀ ਸੰਜੀਵ ਜੀ, ਇਹ ਪਹਿਲਾ ਫਿਨੋਮਨਾ ਹੈ ਜਿੱਥੇ ਕਿ ਜਿਹੜਾ ਐਕਸਪੈਕਟੇਸ਼ਨ ਜਾਂ ਪ੍ਰੋਬੇਬਿਲਿਟੀਜ਼ ਜਿਹੜੀਆਂ ਸੀਗੀਆਂ ਉਹ ਬਿਲਕੁਲ ਆਪੋਜ਼ਿਟ ਹੋਈਆਂ ਸੀਗੀਆਂ 2016 ਦੇ ਇਲੈਕਸ਼ਨ ਦੇ ਵਿੱਚ। ਕਿਸੇ ਨੇ ਸੋਚਿਆ ਸੀਗਾ ਕਿ ਮਿਸ਼ੀਗਨ ਵਿਲ ਗੋ ਰਿਪਬਲਿਕਨ ਔਰ ਵਿਸਕੌਨਸਨ ਵਿਲ ਗੋ ਰਿਪਬਲਿਕਨ ਔਰ ਪੈਨਸਿਲਵੇਨੀਆ ਵਿਲ ਗੋ ਰਿਪਬਲਿਕਨ, ਫਲੋਰੀਡਾ ਵੈਂਟ ਰਿਪਬਲਿਕਨ। ਅਤੇ ਇਸ ਟਾਈਮ ਵੀ ਇਸ ਇਲੈਕਸ਼ਨਾਂ ਵਿੱਚ ਵੀ ਇਸ ਤਰੀਕੇ ਦੀਆਂ ਕੁਝ ਸਟੇਟਾਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਜਿੱਥੇ ਕਿ ਜਿਨ੍ਹਾਂ ਨੂੰ ਹੁਣ ਬੈਲ ਵੈਦਰ ਸਟੇਟ ਕਿਹਾ ਜਾ ਰਿਹਾ ਕਿ ਉਹਨਾਂ ਦਾ ਹੁਣੇ ਤੱਕ ਕੋਈ ਪਤਾ ਨਹੀਂ ਕਿ ਕਿਸ ਪਾਸੇ ਉਹ ਜਾ ਸਕਦੀਆਂ ਨੇ। ਓਵਰਆਲ ਮੈਂ ਕਹੂੰਗਾ ਕਿ ਜਿਹੜਾ ਜਨਰਲ ਪਬਲਿਕ ਹੈ ਅਮਰੀਕਾ ਦੀ, ਦੇ ਹੈਵ ਬੀਨ ਓਕੇ ਔਨ ਵੈਰੀ ਮੈਨੀ ਆਸਪੈਕਟਸ, ਲੇਕਿਨ ਇਹ ਜਿਹੜਾ ਕੋਵਿਡ ਦਾ ਜਿਹੜਾ ਇਸ਼ੂ ਹੋਇਆ ਹੈ ਲੰਬਾ, ਅਤੇ ਇੰਨਾ ਲੰਬਾ ਚੱਲ ਗਿਆ ਜਿਸ ਕਰਕੇ ਬਿਜ਼ਨਸਿਸ ਵੀ ਹਰਟ ਹੋਏ ਨੇ। ਬੱਚਿਆਂ ਦੇ ਸਕੂਲ ਹੈਵ ਬੀਨ ਕਲੋਜ਼ ਡਾਊਨ ਇਨ ਮੋਸਟ ਆਫ ਦ ਸਟੇਟਸ ਐਂਡ ਵੀ ਆਰ ਸਟਿਲ ਨੋਟ ਏਬਲ ਟੂ ਗੈਟ ਇਨ ਟੂ ਐਨੀ ਵੈਕਸੀਨ ਮੋਡ ਕਿ ਕੋਈ ਵੈਕਸੀਨ ਆ ਰਹੀ ਹੈ ਜਾਂ ਕੋਈ ਇਹਦਾ ਅੰਤ ਨਹੀਂ ਦਿਸ ਰਿਹਾ। ਵੀ ਆਰ ਨੋਟ ਸੀਇੰਗ ਵਾਟ ਇਜ਼ ਕਾਲਡ ਅ ਲਾਈਟ ਐਟ ਦ ਐਂਡ ਆਫ ਟਨਲ। ਅਤੇ ਇਹ ਚੀਜ਼ ਜਿਹੜੀ ਹੈ ਕੁਛ ਲੋਕਾਂ ਨੂੰ ਦਿਸ ਹੈਜ਼ ਇੰਪੈਕਟਡ ਮੋਰ ਦੈਨ ਐਨੀਬਡੀ ਐਲਸ, ਅਤੇ ਇਹ ਚੀਜ਼ ਇੰਪੈਕਟ ਕਰ ਸਕਦੀ ਹੈ ਇਸ ਇਲੈਕਸ਼ਨ ਨੂੰ ਬਹੁਤ ਸਟਰੋਂਗਲੀ। ਅਤੇ ਇਹ ਚੀਜ਼ ਜਿਹੜੀ ਹੈ ਕਿਉਂਕਿ ਹੁਣ ਜਿਹੜਾ ਐਡਮਿਨਿਸਟ੍ਰੇਸ਼ਨ 'ਚ ਬੈਠਾ ਹੁੰਦਾ ਉਹਨੂੰ ਇੰਪੈਕਟ ਕਰੇਗੀ। ਅਤੇ ਫਿਲਹਾਲ ਮਿਸਟਰ ਟਰੰਪ ਇਸ ਇਲੈਕਸ਼ਨ 'ਚ ਫਿਲਹਾਲ ਪ੍ਰੈਜ਼ੀਡੈਂਟ ਨੇ, ਅਤੇ ਇਹਦਾ ਜੇ ਨੈਗੇਟਿਵ ਇੰਪੈਕਟ ਅਸੀਂ ਦੇਖੀਏ ਤਾਂ ਉਹ ਰਿਪਬਲਿਕਨ ਪਾਰਟੀ ਨੂੰ ਝੇਲਣਾ ਪੈ ਸਕਦਾ। ਕਿਹੜੀਆਂ ਸਟੇਟਸ ਤੁਹਾਨੂੰ ਲੱਗਦੀਆਂ ਕਿ ਉਹ ਕਨਵਰਟ ਹੋ ਸਕਦੀਆਂ ਦੂਜੇ ਪਾਸੇ? ਹੁਣ ਗੱਲ ਆ ਰਹੀ ਹੈ ਕਿ ਟੈਕਸਸ ਵੀ ਫਲਿਪ ਹੋ ਸਕਦੀ ਹੈ, ਮਿਸ਼ੀਗਨ ਵੀ ਫਲਿਪ ਹੋ ਸਕਦੀ ਹੈ, ਬਟ ਇਸ ਚੀਜ਼ ਦੇ ਉੱਤੇ ਕਹਿਣਾ ਬਹੁਤ ਔਖਾ ਹੈ ਇਸ ਟਾਈਮ ਕਿ ਕਿਹੜੀਆਂ, ਕਿਉਂਕਿ ਹਾਲੇ ਚੋਣਾਂ ਦੇ ਟਾਈਮ 'ਚ ਆਲਮੋਸਟ 2 ਮਹੀਨੇ ਪਏ ਹੈ, 2 ਨਹੀਂ ਤਾਂ ਇਹ ਮੰਨ ਲਓ ਕਿ 50 ਦਿਨ ਤਾਂ ਪਏ ਹੈ। ਅਤੇ ਲਾਸਟ ਮੂਮੈਂਟ ਤੱਕ ਕਿਹੜੀਆਂ ਸਟੇਟਾਂ ਕਿਸ ਪਾਸੇ ਜਾਂਦੀਆਂ ਨੇ, ਸਾਨੂੰ ਵੀ ਹੈਵ ਟੂ ਬੀ ਵਾਚਫੁਲ ਆਫ ਸਮ ਆਫ ਦ ਸਟੇਟਸ। ਐਰੀਜ਼ੋਨਾ ਇਜ਼ ਗੋਇੰਗ ਟੂ ਬੀ ਅ ਹੌਟ ਸਟੇਟ, Texas is going to be a hot state, Florida obviously is going to be a hot state, ਇਹਦੇ ਇਲਾਵਾ ਮਿਸ਼ੀਗਨ, ਪੈਨਸਿਲਵੇਨੀਆ ਅਤੇ ਵਿਸਕੌਨਸਿਨ ਰਹਿਣਗੀਆਂ। ਫਿਲਹਾਲ ਗੱਲ ਮਿਨੀਸੋਟਾ ਦੀ ਵੀ ਆ ਰਹੀ ਹੈ ਕਿ ਵੀ ਕੈਨ ਸੀ ਪੋਸੀਬਲੀ ਮਿਨੀਸੋਟਾ ਆਲਸੋ ਅ ਫਲਿਪਿੰਗ ਸਟੇਟ। ਅਤੇ ਜੇ ਇਹਨਾਂ 'ਚੋਂ ਅੱਧੀਆਂ ਸਟੇਟਾਂ ਡੈਮੋਕ੍ਰੈਟ ਵੱਲ ਜਾਂਦੀਆਂ ਨੇ ਅਤੇ ਇਹ ਇਲੈਕਸ਼ਨ ਜਿਹੜਾ ਹੈ ਮਿਸਟਰ ਟਰੰਪ ਲਈ ਭਾਰੀ ਹੋ ਸਕਦਾ। ਮਤਲਬ ਆਪਾਂ ਕੁੱਲ ਮਿਲਾ ਕੇ ਦੇਖੀਏ ਵੀ ਜਿਹੜੀਆਂ ਇਹ ਫਲਿਪਿੰਗ ਸਟੇਟਸ ਨੇ, ਜਿਹੜੀਆਂ ਤੁਸੀਂ ਕਹੀਆਂ, ਕੁਝ ਹੋਰ ਵੀ ਹੋਣੀਆਂ, ਅਤੇ ਇਹ ਡਿਸਾਈਡ ਕਰਨਗੀਆਂ ਨਤੀਜਿਆਂ ਦਾ ਨਤੀਜੇ ਜੀ। ਕਿਉਂਕਿ ਬਾਕੀ ਜਿਹੜੀ ਸਟੇਟਾਂ ਨੇ ਉਹ ਤਾਂ ਪ੍ਰੀਡੋਮੀਨੈਂਟਲੀ ਜਾਂ ਤਾਂ ਬਲੂ ਸਟੇਟਾਂ ਨੇ ਜਾਂ ਰੈੱਡ ਸਟੇਟਾਂ ਨੇ, ਜਾਂ ਨਿਊਯਾਰਕ ਹੈ ਬਲੂ ਸਟੇਟ ਹੈ, ਕੈਲੀਫੋਰਨੀਆ ਬਲੂ ਸਟੇਟ ਹੈ, ਮਿਡ ਵੈਸਟਰਨ ਸਟੇਟਸ ਨੇ ਉਹ ਸਾਰੀਆਂ ਮੋਸਟਲੀ ਰੈੱਡ ਸਟੇਟਸ ਨੇ। ਅਤੇ ਉਹਨਾਂ ਦੇ ਵਿੱਚੋਂ ਇਟਸ ਆਲਰੇਡੀ ਗਿਵਨ ਕਿ ਕਿੱਥੇ ਜਾਣਾ। ਇਹ ਜਿਹੜੀਆਂ 4-5-6 ਸਟੇਟਾਂ ਮੈਂ ਗਿਣਾਈਆਂ ਤੁਹਾਨੂੰ, ਇਹਨਾਂ 'ਤੇ ਨਿਰਭਰ ਕਰੇਗਾ ਕਿ ਇਹਦੇ ਵਿੱਚੋਂ ਜਿਹੜੀਆਂ ਵੱਡੀਆਂ ਸਟੇਟਾਂ ਜਿੱਦਾਂ ਫਲੋਰੀਡਾ ਵੱਡੀ ਸਟੇਟ ਹੈ, ਟੈਕਸਸ ਵੱਡੀ ਸਟੇਟ ਹੈ। ਪਿਛਲੀ ਵਾਰ ਟੈਕਸਸ ਦਾ ਹੀ ਰਿਜ਼ਲਟ ਸਭ ਤੋਂ ਜ਼ਿਆਦਾ ਖਤਰਨਾਕ ਨਿਕਲਿਆ। ਅਤੇ those states are going to be decisive states in this election.
ਜਿੱਦਾਂ ਮੈਂ ਕਿਹਾ ਜਨਰਲੀ ਜਿੱਥੇ 4 ਸਾਲ ਰਹੇ ਮਿਸਟਰ ਟਰੰਪ ਦੇ ਦੇ ਹੈਵ ਬੀਨ ਅਨਇਵੈਂਟਫੁਲ, ਕੋਈ ਨਈ ਵਾਰਾਂ ਤੇ ਅਸੀਂ ਨਹੀਂ ਗਏ, ਇਕਨੋਮੀ ਹੈਜ਼ ਬੀਨ ਪ੍ਰੀਟੀ ਸਟੇਬਲ, ਥਿੰਗਸ ਹੈਵ ਬੀਨ ਸਮੂਥ ਐਕਸੈਪਟ ਫॉर ਦ ਕੋਵਿਡ ਇਸ਼ੂ। ਤੇ ਇੱਕ ਇਮੀਗ੍ਰੇਸ਼ਨ ਦਾ ਇਸ਼ੂ ਹੈ ਜਿੱਥੇ ਨਵਾਂ ਇਮੀਗ੍ਰੈਂਟ ਜਿਹੜੀ ਕਮਿਊਨਿਟੀ ਹੈ ਦੈਟ ਹੈਜ਼ ਬੀਨ ਇੰਪੈਕਟਡ ਕੁਆਇਟ ਅ ਲੋਟ ਕਿ ਨਵੀਆਂ ਪਾਲਿਸੀਆਂ ਜਿਹੜੀਆਂ ਆਈਆਂ ਨੇ ਉਹ ਬਹੁਤ ਸਟ੍ਰਿਕਟ ਸੀਗੀਆਂ। ਤੇ ਇਹ ਦੋ ਇਸ਼ੂਜ਼ ਨੇ ਜਿਨ੍ਹਾਂ ਦੇ ਕਰਕੇ ਮੈਨੂੰ ਲੱਗਦਾ ਹੈ ਕਿ ਜੋ ਵੀ ਨੈਗੇਟਿਵ ਇੰਪੈਕਟ ਪਏਗਾ ਕਰੰਟ ਐਡਮਿਨਿਸਟ੍ਰੇਸ਼ਨ ਤੇ ਉਹ ਇਹ ਦੋ ਵੱਡੇ ਮੁੱਦੇ ਰਹਿਣਗੇ ਜਿਨ੍ਹਾਂ ਕਰਕੇ ਜਿਹੜੇ ਮੋਡਰੇਟ ਰਿਪਬਲਿਕਨਸ ਨੇ ਜਾਂ ਅਨਡਿਸਾਈਡਡ ਵੋਟਰ ਨੇ ਉਸ ਪਾਸੇ ਕਨਵਰਟ ਹੋ ਸਕਦਾ। ਸ਼ੁਕਰੀਆ ਜੀ। ਸੋ ਕੁਝ ਡਿਸਾਈਡਿੰਗ ਸਟੇਟਸ ਨੇ ਜਿਹੜੀਆਂ ਕਿ ਕਨਵਰਟ ਹੋ ਸਕਦੀਆਂ, ਦੂਜੇ ਪਾਸੇ ਜੋ ਮੌਜੂਦਾ ਨੇ ਜੇ ਸਪੋਜ਼ ਰਿਪਬਲਿਕਨ ਨੇ ਡੈਮੋਕ੍ਰੇਟ ਵੱਲ ਹੋ ਸਕਦੀਆਂ ਜਾਂ ਡੈਮੋਕ੍ਰੇਟ ਵੀ ਜਿੱਦਾਂ ਰਿਪਬਲਿਕਨ ਵੱਲ ਹੋ ਸਕਦੀਆਂ, ਉਹ ਸਟੇਟਸ ਜਿਹੜੀਆਂ ਉਹ ਇੱਕ ਡਿਸਾਈਡਿੰਗ ਫੈਕਟਰ ਹੋਵੇਗਾ ਰਿਜ਼ਲਟਸ ਦੇ ਲਈ। ਔਰ ਜਿੱਦਾਂ ਕਿ ਵਿਵੇਕ ਮਲਿਕ ਜੀ ਨੇ ਦੱਸਿਆ ਵੀ ਕੋਵਿਡ ਦਾ ਮੁੱਦਾ ਔਰ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਵਾ ਉਹ ਉੱਭਰ ਕੇ ਸਾਹਮਣੇ ਆ ਸਕਦਾ ਇਸ ਇਲੈਕਸ਼ਨਾਂ ਦੇ ਵਿੱਚ। ਕੁਮਾਰ ਸੰਜੀਵ, PTC ਨਿਊਜ਼, ਫਰੈਜ਼ਨੋ, ਕੈਲੀਫੋਰਨੀਆ।